ਸਤਿ ਸ੍ਰੀ ਅਕਾਲ ਜੀ। YouTube ਚੈਨਲ ਪੰਜਾਬੀ ਸਟੋਰੀਟੇਸ਼ਨ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡੀ ਜੱਸੀ ਸੰਧੂ। ਤੇ ਅੱਜ ਦੇ ਪੋਡਕਾਸਟ ਵਿੱਚ ਤੁਸੀਂ ਸੁਣੋਗੇ ਵਰਿਆਮ ਸਿੰਘ ਸੰਧੂ ਜੀ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਕਹਾਣੀ 9/12/10। ਉਹ ਪਾਸਾ ਮੋੜ ਕੇ ਲੰਮਾ ਪੈ ਗਿਆ। ਦਿਨੇ ਜਸਵੰਤ ਚਾਹ ਲੈ ਕੇ ਪੁੱਜਾ। ਬੱਤੀ ਤਾਂ ਸਾਰੀ ਰਾਤ ਆਈ ਨਹੀਂ ਸੀ ਤੇ ਜਾਗ ਕੇ ਕਰਨ ਵਾਲਾ ਕੋਈ ਕੰਮ ਹੀ ਨਹੀਂ ਸੀ, ਪਰ ਨਿੰਦਰ ਦੀਆਂ ਅੱਖਾਂ ਉਹ ਨੀਂਦਰੇ ਨਾਲ ਭਾਰੀ ਤੇ ਲਾਲ ਸਨ, ਮਲ ਮਲ ਕੇ ਸੁੱਜੀਆਂ ਹੋਈਆਂ। ਜਸਵੰਤ ਨੇ ਕਾਰਨ ਪੁੱਛਿਆ ਤਾਂ ਦੱਸਣ ਲੱਗਾ, ਇੱਕ ਵਾਰ ਨੀਂਦ ਉਖੜ ਗਈ, ਫਿਰ ਆਈ ਨਹੀਂ। ਉਹਨੇ ਕੰਮ ਹੀ ਖਰਾਬ ਕਰਤਾ। ਕਿੰਨੇ? ਚੰਗਾ ਭਲਾ ਬੀਬੀ ਦੀ ਹਿੱਕ ਤੇ ਸਿਰ ਰੱਖ ਕੇ ਸੁੱਤਾ ਸਾਂ। ਛਿੰਨੋ ਦੇ? ਕਿਉਂ ਮਖੌਲ ਕਰਦੇ ਹੋ? ਆਪਣੀ ਬੀਬੀ ਪ੍ਰਕਾਸ਼ ਕੌਰ ਦੇ। ਉਹ ਮੇਰੇ ਵਾਲਾਂ 'ਚੋਂ ਹੱਥ ਫੇਰਨ ਡਈ ਸੀ। ਆਖੇ, ਸੌਂ ਜਾ ਮੇਰਾ ਲਾਲ, ਮੇਰਾ ਸੋਹਣਾ ਪੁੱਤ, ਕੰਮ ਕਰਕੇ ਥੱਕ ਗਿਆ ਹੋਵੇਗਾ। ਮੈਨੂੰ ਹੌਲੀ ਹੌਲੀ ਗੂੜੀ ਨੀਂਦ ਆ ਗਈ। ਤਾਈਏ ਖੋਰੇ ਇੱਕ ਲਾਲੇ ਨੇ ਆਵਾਜ਼ ਮਾਰ ਕੇ ਜਗਾ ਦਿੱਤਾ। ਆਖੇ, ਤੇਰੀ ਜਿਹੜੀ 100 ਕਿੱਲੇ ਦੀ ਤੂੜੀ ਪਈ ਆ, ਉਹ ਕੰਡਾ ਲਵਾ ਸਾਨੂੰ ਚੁਕਵਾ ਦੇ। ਕੱਲ੍ਹ ਟਰੱਕ ਲੱਗ ਜਾਣਗੇ ਤੇ ਆਹ ਫੜ 5 ਲੱਖ ਰੁਪਈਆ। ਕਿਸੇ ਹੋਰ ਨੂੰ ਹਾਂ ਨਾ ਕਰੀ। ਮੈਂ ਆਖਿਆ, ਮੈਂ ਸਾਰੀ ਤੂੜੀ ਨਹੀਂ ਵੇਚਣੀ, 500-700 ਪੰਡਾਂ ਆਪ ਵੀ ਰੱਖਣੀਆਂ, ਕਿਸੇ ਭੈਣ ਭਰਾ ਨੂੰ ਲੋੜ ਪੈ ਜਾਂਦੀ। ਉਹ ਅੱਗੋਂ ਆਖੇ, ਸਰਦਾਰ ਜੀ, ਤੈਨੂੰ ਕਿਸੇ ਨੇ ਹੱਥਾਂ 'ਤੇ ਪਾਇਆ ਲੱਗਦਾ, ਜਿਹੜਾ ਤੂੰ ਮੰਨਦਾ ਹੀ ਨਹੀਂ। ਜਿਹੜਾ ਭਾਅ ਅਸਾਂ ਲਾਉਣ ਡਏ ਆ ਉਹ ਫੇਰ ਨਹੀਂ ਲੱਗਣਾ। ਮੇਰੇ ਨਾ ਕਰਦਿਆਂ ਪੈਸੇ ਸੁੱਟ ਕੇ ਆ ਗਿਆ। ਮੈਂ ਬਥੇਰਾ ਆਖਿਆ, ਉਹ ਮੇਰੀ ਗੱਲ ਤਾਂ ਸੁਣ। ਉਸਨੇ ਆਪਣੇ ਲਾਗੇ ਪਏ ਲੱਕੜਾਂ ਨੂੰ ਛੂਹਿਆ। ਇਹੋ ਲੱਕੜ ਮੇਰੇ ਉੱਤੇ ਪਵੇ ਜੇ ਝੂਠ ਬੋਲਾਂ ਤਾਂ। ਫਿਰ ਨੀਂਦ ਪਈ ਹੀ ਨਹੀਂ। ਇੱਕ ਤਾਂ ਇਹੋ ਡਰ ਕਿ ਜੇ ਕਿਤੇ ਕਾਲੇ ਕੱਛਿਆਂ ਵਾਲੇ ਆ ਗਏ ਤਾਂ ਜਾਨ ਵੀ ਗਈ ਤੇ ਪੈਸੇ ਵੀ। ਉਂਝ ਬੀਬੀ ਨੇ ਬਥੇਰਾ ਹੌਸਲਾ ਦਿੱਤਾ, ਕੋਈ ਨਹੀਂ ਪੁੱਤ, ਤੂੰ ਪੈਸੇ ਮੇਰੇ ਸਿਰਹਾਣੇ ਰੱਖ ਦੇ ਤੇ ਆਰਾਮ ਨਾਲ ਸੌਂ ਜਾ, ਫਿਕਰ ਨਾ ਕਰ। ਬਾਹਰ ਗੋਰਖਾ ਬੰਦੂਕ ਲੈ ਕੇ ਬੈਠਾ। ਪਾਪੇ ਤੇਰੇ ਕੋਲ ਅਮਰੀਕਨ ਪਿਸਤੌਲ ਆ। ਅਗਲੇ ਦਿਨਾਂ ਵਿੱਚ ਥ੍ਰੈਸ਼ਰ ਉੱਤੇ ਕਣਕ ਕੱਢੀਦੀ ਰਹੀ। ਬੰਦੇ ਕੰਮ ਉੱਤੇ ਲੱਗੇ ਰਹੇ। ਨਿੰਦਰ ਨਾਲ ਛੇੜਛਾੜ ਹੁੰਦੀ ਰਹੀ। ਉਹਦਾ ਵਿਆਹ ਦਾ ਸਾਹਾ 40 ਹਾੜ ਦਾ ਹੋਣ ਕਰਕੇ ਹਾਸਾ ਮੱਚਦਾ ਰਿਹਾ। ਇੱਕ ਦਿਨ ਕਿਸੇ ਨੇ ਪੁੱਛਿਆ, ਵਿਆਹ ਕਰਵਾ ਕੇ ਉਹਨੂੰ ਰੱਖੇਗਾ ਕਿੱਥੇ ਓਏ? ਕੋਠਾ ਤੁਹਾਡਾ ਇੱਕੋ, ਮੰਜੇ ਤੁਹਾਡੇ ਘਰ ਦੋ, ਉਹਨੂੰ ਸਵਾਵੇਂਗਾ ਕਿੱਥੇ? ਉਹਨੂੰ? ਉਸਨੇ ਛੇਤੀ ਹੀ ਸੋਚ ਲਿਆ, ਆਪਣੀ ਕੋਠੀ ਹੈ ਸ਼ਹਿਰ, 5 ਕਿੱਲਿਆਂ 'ਚੋਂ ਬਣੀ ਹੋਈ। 5 ਟੈਲੀਫੋਨ ਲੱਗੇ, 5 ਗਨਮੈਨ, 5 ਹੀ ਵੱਡੇ ਕੁੱਤੇ, 3 ਕੋਠੀਆਂ ਹੋਰ ਵੀ ਨੇ ਕਿਰਾਏ ਉੱਤੇ ਦਿੱਤੀਆਂ। ਇੱਕ ਵੱਡੀ ਹਵੇਲੀ ਆ ਹਾਲ ਬਾਜ਼ਾਰ 'ਚੋਂ, 100 ਡੰਗਰ ਬੱਝੇ ਉਹਦੇ 'ਚੋਂ। ਰਿਹਾ ਕਰੂ ਉੱਥੇ ਵੱਡੀ ਕੋਠੀ 'ਚੋਂ। ਉੱਥੇ ਹੀ ਰਹਿਣਾ ਪੈਣਾ ਹੁਣ ਤਾਂ। ਨਿੱਕੇ ਨਿਆਣੇ ਵੀ ਤਾਂ ਕੱਲ੍ਹ ਕਲੋਤਰ ਨੂੰ ਸ਼ਹਿਰ 'ਚੋਂ ਅੰਗਰੇਜ਼ੀ ਸਕੂਲ 'ਚੋਂ ਪਾਉਣੇ ਆ। ਅੱਜ ਕੱਲ੍ਹ ਪਿੰਡਾਂ 'ਚੋਂ ਪੜ੍ਹਾਈਆਂ ਤਾਂ ਰਹਿ ਹੀ ਨਹੀਂ ਗਈਆਂ ਜਿਹੜੀਆਂ ਆਪਣੇ ਵੇਲਿਆਂ 'ਚ ਹੁੰਦੀਆਂ। ਸਾਰੇ ਉਹਦੀਆਂ ਗੱਲਾਂ ਸੁਣ ਕੇ ਹੱਸਦੇ ਰਹਿੰਦੇ, ਖੁਸ਼ ਹੁੰਦੇ ਰਹਿੰਦੇ। ਕਿਸੇ ਨੇ ਜਾਣਨਾ ਚਾਹਿਆ ਕਿ ਜੇ ਉਹ ਸ਼ਹਿਰ ਰਹਿਣ ਲੱਗ ਪਿਆ ਤਾਂ ਪਿੱਛੋਂ ਨੈਤੇ ਤੇ ਛਿੰਨੋ ਹੋਰਾਂ ਦਾ ਕੀ ਬਣੇਗਾ? ਉਹ ਖਿਜਿਆ ਤੇ ਆਖਣ ਲੱਗਾ, ਇਹ ਭੁਗਤਣ ਆਪਣੀ ਜੂਨ। ਉਸ ਨੂੰ ਇਤਰਾਜ਼ ਸੀ ਕਿ ਜਦੋਂ ਧਰਮਿੰਦਰ ਨੇ ਉਹਨੂੰ ਕੁੱਟ ਕੇ ਘਰੋਂ ਕੱਢਿਆ ਸੀ ਤਾਂ ਨੈਤੇ ਨੇ ਉਹਦੇ ਕੜੇ ਛਾਪਾਂ ਲਾ ਲਏ ਤੇ ਪੈਸੇ ਨੱਪ ਲਏ। ਉਹਨੇ ਆਖਿਆ, ਹੋਰ ਤੇ ਹੋਰ, ਚਲੋ ਮੈਂ ਤਾਂ ਆਣਾ, ਮੇਰੇ ਪਿਓ ਨੇ ਮੇਰੀ ਗਲਤੀ ਤੋਂ ਮੈਨੂੰ ਕੁੱਟਿਆ ਤੇ ਘਰੋਂ ਕੱਢ ਦਿੱਤਾ। ਇਹਦਾ ਸਿਆਣੇ ਬਿਆਣੇ ਦਾ ਫਰਜ਼ ਸੀ ਕਿ ਮੈਨੂੰ ਉਹਦੇ ਕੋਲ ਛੱਡ ਆਉਂਦਾ, ਪਰ ਇਹਨੇ ਅੱਗੋਂ ਜੱਟਾਂ ਦੇ ਡੰਗਰ ਚਾਰਨ 'ਤੇ ਰੱਖ ਲਿਆ। ਫਿਰ ਆਪ ਹੀ ਉਸਨੇ ਆਪਣੇ ਫੈਸਲੇ ਉੱਤੇ ਪੁਨਰ ਵਿਚਾਰ ਕੀਤਾ ਤਾਂ ਉਸ ਨੂੰ ਉਹਨਾਂ ਉੱਤੇ ਰਹਿਮ ਆ ਗਿਆ। ਇਹਨਾਂ ਦਾ ਐਂ ਕਰਾਂਗੇ, ਇਹਨਾਂ ਨੂੰ 10-12 ਬੱਸਾਂ ਪਵਾ ਦਿਆਂਗੇ, 2 ਵੀਡੀਓ ਕੋਚਾਂ ਲੈ ਦਿਆਂਗੇ। ਆਪ ਮੈਂ ਸਵੇਰੇ ਆ ਜਾਇਆ ਕਰੂੰ। ਚਾਚੇ ਦਾ ਪੱਠਾ ਦੱਥਾ ਪਵਾ ਗਿਆ, ਉਹਨਾਂ ਨੂੰ ਮਿਲ ਗਿਆ, ਬੱਸਾਂ ਦੇ ਟਾਇਰਾਂ ਦੀ ਹਵਾ ਵੇਖ ਗਿਆ ਤੇ ਡਰਾਈਵਰਾਂ ਕੰਡਕਟਰਾਂ ਨੂੰ ਤਨਖਾਹ ਦੇ ਗਿਆ। ਉਹ ਦਬਕਾ ਸ਼ਬਕਾ ਚਲਾ ਗਿਆ। ਰਾਤ ਨੂੰ ਜਾਣ ਲੱਗਾ ਦੁੱਧ ਦਾ ਡੋਲੂ ਲੈ ਗਿਆ ਚਾਹ ਬਣਾਉਣ ਲਈ। ਉਹਨੇ ਸਾਰੀ ਯੋਜਨਾਬੰਦੀ ਦਾ ਵਿਸਤਾਰ ਦੇ ਦਿੱਤਾ। ਹਾੜ ਵੀ ਲੰਘ ਗਿਆ, ਫਿਰ ਸੌਣ ਵੀ। ਇੰਝ ਹੋਰ ਮਹੀਨੇ ਲੰਘਦੇ ਗਏ। ਅੱਜ ਕੱਲ੍ਹ ਨਿੰਦਰ ਨੂੰ ਡੂੰਘੀ ਉਦਾਸੀ ਤੇ ਭੁੱਖ ਨਾ ਲੱਗਣ ਦਾ ਦੌਰਾ ਪਿਆ ਹੋਇਆ ਸੀ। ਜਦੋਂ ਵੀ ਇਹੋ ਜਿਹਾ ਦੌਰਾ ਪੈਂਦਾ ਤਾਂ ਉਹ ਕੰਮ ਤੋਂ ਹਟ ਜਾਂਦਾ। ਕੰਮ ਤੋਂ ਤਾਂ ਉਹ ਉਦੋਂ ਵੀ ਕਦੀ ਹਟ ਜਾਂਦਾ ਸੀ ਜਦੋਂ ਭਾਰਾ ਕੰਮ ਕਰਨਾ ਪਵੇ। ਇੱਕ ਵਾਰ ਮਹੀਨਾ ਭਰ ਛੱਡਣ ਤੋਂ ਪਿੱਛੋਂ ਉਹ ਆਪ ਹੀ ਕੰਮ ਉੱਤੇ ਆ ਗਿਆ। ਕਾਰਨ ਪੁੱਛਣ 'ਤੇ ਉਸਨੇ ਦੱਸਿਆ, ਤੁਹਾਡੀ ਚਰੀ ਬੜੀ ਕਰੜੀ ਸੀ, ਟੋਕੇ 'ਤੇ ਕੁਤਰਦਿਆਂ ਚਾਂਗਰਾਂ ਨਿਕਲਣ ਨੂੰ ਕਰਦੀਆਂ ਸਨ। ਕੱਲ੍ਹ ਮੈਂ ਵੇਖ ਆਇਆ ਪੈਲੀ 'ਚੋਂ ਜਾ ਕੇ, ਚਰੀ ਮੋਗੀ ਆ ਤੇ ਆਪਾਂ ਵੀ ਆ ਗਏ। ਆਪਣੀ ਇਹੋ ਜਿਹੀ ਚੁਸਤੀ ਉੱਤੇ ਉਹ ਆਪਣੇ ਆਪ ਨੂੰ 100 ਦਾ ਹੀ ਆਖ ਕੇ ਵਡਿਆਉਂਦਾ ਹੁੰਦਾ ਸੀ।
ਪਿਛਲੇ ਦਿਨਾਂ ਤੋਂ ਉਹ ਕੰਮ ਉੱਤੇ ਆਉਣ ਦੀ ਥਾਂ ਤੇ ਉਹ ਪੈਣ ਪੱਚਰ ਕੇ ਜੀਟੀ ਰੋਡ ਤੇ ਜਾ ਖਲੋਂਦਾ ਸੀ। ਆਉਂਦੀਆਂ ਜਾਂਦੀਆਂ ਬੱਸਾਂ ਤੇ ਕਾਰਾਂ ਵੱਲ ਉੱਲਰ ਕੇ ਝਾਤੀਆਂ ਮਾਰਦਾ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ। ਪਹਿਲਾਂ ਤਾਂ ਉਹਨੇ ਬਣਦੇ ਫੱਬਦੇ ਕੱਪੜੇ ਤੇ ਡੀਲ ਡੋਲ ਵੇਖ ਕੇ ਬੱਸ ਵਾਲੇ ਉਸਨੂੰ ਸਵਾਰੀ ਸਮਝ ਕੇ ਬੱਸ ਵੀ ਰੋਕ ਲੈਂਦੇ, ਪਰ ਛੇਤੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਮੰਗੇਤਰ ਤੇ ਵਿਛੜੇ ਹੋਏ ਮਾਂ ਪਿਓ ਨੂੰ ਲੱਭ ਰਿਹਾ। ਇੱਕ ਦਿਨ ਉਹ ਸੜਕ ਦੇ ਕਿਨਾਰੇ ਆਪਣੇ ਪਿੰਡ ਦੇ ਅੱਡੇ ਉੱਤੇ ਖੜੋਤਾ ਬੱਸਾਂ ਗੱਡੀਆਂ ਨੂੰ ਵੇਖ ਰਿਹਾ ਸੀ ਕਿ ਉਹਦੇ ਕੋਲ ਇੱਕ ਰੇੜਾ ਆ ਕੇ ਰੁਕਿਆ। ਰੇੜੇ ਵਾਲੇ ਨੇ ਅੱਗੇ ਜਾਣਾ ਸੀ ਤੇ ਉਹਦੇ ਕੋਲ ਹੋਰ ਸਮਾਨ ਵੀ ਸੀ, ਪਰ ਰੇੜੇ ਉੱਤੇ ਪਈਆਂ ਸੂਰਤੀ ਮੈਂਬਰ ਦੀਆਂ 10 ਬੋਰੀਆਂ ਸੀਮਟ ਲਾ ਕੇ ਉਸਨੇ ਲਛਮਣ ਚਾਹ ਵਾਲੇ ਦੀ ਦੁਕਾਨ ਉੱਤੇ ਰੱਖਣੀਆਂ ਸਨ। ਰੇੜੇ ਵਾਲੇ ਨੇ ਜੈਂਟਲਮੈਨ ਬਣੀ ਨਿੰਦਰ ਨੂੰ ਆਖਿਆ, ਸਰਦਾਰ ਜੀ ਆ ਜਰਾ ਸੀਮਟ ਦੀ ਬੋਰੀ ਨੂੰ ਹੱਥ ਪਵਾਇਓ। ਉਹਨੂੰ ਝਿਜਕ ਵੀ ਸੀ ਕਿ ਸੋਹਣੇ ਕੱਪੜਿਆਂ ਵਾਲਾ ਬਣਦਾ ਤਣਦਾ ਜਵਾਨ ਕਿਤੇ ਕੱਪੜੇ ਲਿਬੜਨ ਦੇ ਡਰੋਂ ਉਸਨੂੰ ਨਾ ਹੀ ਨਾ ਕਰ ਦੇਵੇ। ਨਿੰਦਰ ਨੇ ਉਸਨੂੰ ਬੜੇ ਉਤਸ਼ਾਹ ਨਾਲ ਸੀਮਟ ਦੀ ਬੋਰੀ ਚੁਕਵਾਈ ਤੇ ਉਹਦੇ ਸਿਰ ਉੱਤੇ ਰੱਖ ਦਿੱਤੀ। ਲਕਸ਼ਮਣ ਦੀ ਦੁਕਾਨ ਉੱਤੇ ਰੇੜੇ ਵਾਲਾ ਬੋਰੀ ਰੱਖ ਕੇ ਪਰਤਿਆ ਤਾਂ ਉਸਨੇ ਫਿਰ ਹੱਥ ਜੋੜੇ, ਸਰਦਾਰ ਜੀ ਕਰਵਾਇਓ ਖੇਚਲ। ਨਿੰਦਰ ਨੇ ਬੋਰੀ ਉਹਦੇ ਸਿਰ ਉੱਤੇ ਰੱਖਦਿਆਂ ਗੱਲ ਛੇੜ ਲਈ, ਮੈਨੂੰ ਭਾਪੇ ਧਰਮਿੰਦਰ ਨੇ ਆਖਿਆ ਕਿ ਮੈਂ ਤੇਰੇ ਲਈ 10 ਟਰੱਕ ਸੀਮਟ ਦੇ ਲਦਾ ਦਿੱਤੇ ਆ। ਉਹਦੇ ਨਾਲ ਇੱਕ ਤਾਂ ਛਿੰਨੋ ਹੋਰਾਂ ਦਾ ਟੱਠਾ ਹੋਇਆ ਕੱਚਾ ਕੋਠਾ ਦੁਬਾਰਾ ਛੱਤ ਤੇ ਵਿਚਾਰੇ ਮਜਬੀਆਂ ਦਾ ਗੁਰਦੁਆਰਾ ਬਣਵਾ ਦੇ। ਆਪਾਂ ਜਿਹੜੇ ਜੱਟ ਆ ਨਾ, ਮਜਬੀਆਂ ਦੇ ਕੀਤੇ ਦਾ ਮੁੱਲ ਨਹੀਂ ਪਾਉਂਦੇ, ਉਹਨਾਂ ਦੇ ਸਿਰ ਉੱਤੇ ਭਾਰੀ ਪਾਂਡੀ ਚੁਕਾਉਂਦੇ ਆ। ਰੇੜੇ ਵਾਲੇ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ, ਉਹਨੂੰ ਗੱਲਾਂ ਦੀ ਕੋਈ ਸਮਝ ਨਾ ਪਈ। ਉਹ ਬੋਰੀ ਰੱਖ ਕੇ ਮੁੜਿਆ ਤਾਂ ਉਹਨੂੰ ਆਪਣੇ ਵੱਲ ਆਉਂਦਾ ਦੇਖ ਕੇ ਨਿੰਦਰ ਨੇ ਦੂਰੋਂ ਹੀ ਗੱਲ ਸ਼ੁਰੂ ਕਰ ਦਿੱਤੀ। ਭਾਪੇ ਧਰਮਿੰਦਰ ਨੇ ਫੋਨ ਤੇ ਆਖਿਆ, ਇੱਥੇ ਪੱਠੇ ਹੀ ਨਾ ਵੜਦਾ ਰਿਹਾ, ਅੰਮ੍ਰਿਤਸਰ ਵਾਲੀ ਆਪਣੀ ਕੋਠੀ ਨੂੰ ਵੀ ਪਲਸਤਰ ਕਰਾ ਲੇ। ਮੈਂ ਆਖਿਆ, ਪਹਿਲਾਂ ਅੱਜ ਵਾਲੇ 10 ਟਰੱਕ ਤਾਂ ਲਵਾ ਜਾਵਾਂ, ਮੈਂ ਵੀ ਸੀਮਟ ਹੀ ਉਡੀਕਣ ਡਿਆ। ਉਹਦੀਆਂ ਗੱਲਾਂ ਸੁਣ ਕੇ ਰੇੜੇ ਵਾਲਾ ਉਹਦੇ ਬਾਰੇ ਸਭ ਕੁਝ ਸਮਝ ਗਿਆ। ਅਗਲੀ ਬੋਰੀ ਚੁੱਕਣ ਲੱਗੇ ਤਾਂ ਰੇੜੇ ਵਾਲੇ ਨੇ ਆਪਣੇ ਸਿਰ ਉੱਤੇ ਰੱਖਣ ਦੀ ਥਾਂ ਨਿੰਦਰ ਦੇ ਸਿਰ ਉੱਤੇ ਟਿਕਾ ਦਿੱਤੀ ਤੇ ਹੱਸ ਕੇ ਕਿਹਾ, ਜਾ ਦੁਕਾਨ ਤੇ ਰੱਖਾ, ਇਹ ਤੁਹਾਡਾ ਹੀ ਸੀਮਟ ਆ। 10 ਟਰੱਕਾਂ 'ਚੋਂ ਜਿਹੜਾ ਵੱਧ ਗਿਆ ਸੀ ਉਹਨੇ ਰੇੜੇ ਤੇ ਲਾ ਦਿੱਤਾ। ਅਗਲੀਆਂ ਬੋਰੀਆਂ ਉਸਨੇ ਆਪ ਭੱਜ ਕੇ ਲਛਮਣ ਦੀ ਦੁਕਾਨ ਤੇ ਰੱਖੀਆਂ ਤੇ ਰੇੜੇ ਵਾਲਾ ਮੁੱਛਾਂ ਜੋ ਹੱਸਦਾ ਰੇੜੇ ਕੋਲ ਖਲੋਤਾ ਰਿਹਾ। ਰੇੜੇ ਵਾਲਾ ਤੁਰ ਗਿਆ ਤਾਂ ਨਿੰਦਰ ਨੇ ਸਿਰ ਉੱਤੇ ਸੀਮਟ ਨਾਲ ਲਿਬੜੀ ਪੱਗ ਲਾ ਕੇ ਸੀਮਟ ਝਾੜਦਿਆਂ ਲਛਮਣ ਨੂੰ ਆਖਿਆ, ਲਛਮਣ ਸਿਆਂ ਆ ਬੋਰੀਆਂ ਪਈਆਂ ਆਪਣੀਆਂ ਸੀਮਟ ਦੀਆਂ, ਧਿਆਨ ਰੱਖੀ, ਟਰੱਕ ਆਉਂਦੇ ਆ ਤੇ ਉਹਨਾਂ ਤੇ ਰੱਖ ਦੇਵਾਂਗੇ। ਪੱਗ ਦਾ ਸੀਮਟ ਆਪ ਕਿਉਂ ਝਾੜਨ ਡਿਆ? ਹੁਣੇ ਸੁਰਤੀ ਮੈਂਬਰ ਨੇ ਆ ਜਾਣਾ, ਉਹਨੇ ਹੀ 4 ਛਿੱਤਰ ਮਾਰ ਕੇ ਝਾੜ ਦੇਣੇ ਆ ਗਿਆ ਵੱਡਾ ਸੀਮਟ ਦਾ ਮਾਲਕ। ਲਛਮਣ ਨੇ ਚਾਹ ਪੁਣ ਕੇ ਪੌਣੀ ਵਿਚਲਾ ਪੱਤੀ ਦਾ ਫੋਗ ਇੱਕ ਪਾਸੇ ਰੱਖ ਸੁੱਟਿਆ ਤਾਂ ਨਿੰਦਰ ਨੇ ਰੋਸੇ ਨਾਲ ਆਖਿਆ, ਸਾਨੂੰ ਤਾਂ ਤੁਸੀਂ ਯਾਰ ਫੋਗ ਹੀ ਸਮਝਦੇ ਜੇ, ਭਾਰ ਲੱਦੀ ਜੋ ਸਾਡੇ ਸਿਰ ਤੇ, ਦਿਓ ਕੁਝ ਨਾ ਸਾਨੂੰ। ਉਹ ਬੁੜ ਕਰਦਾ ਪਰਾਂ ਨੂੰ ਤੁਰ ਗਿਆ। ਇੱਕ ਤਾਂ ਉਹ ਪੰਡ ਸਿਰ ਉੱਤੇ ਰੱਖੀ ਗਈ ਤੂੜੀ ਦੀ, ਇੱਕ ਸੀਮਟ ਦਾ ਭਾਰ। ਉਧਰ ਚਾਚਾ ਸਤਨਾਮ ਵੀ ਭਾਰ ਪਾ ਗਿਆ, ਮੁੜਦਾ ਹੀ ਨਹੀਂ। ਸਿਰ ਅਤੇ ਮਨ ਉੱਤੇ ਕਿੰਨੇ ਭਾਰ ਚੁੱਕੀ ਉਹ ਦੁਖੀ ਤੇ ਪਰੇਸ਼ਾਨ ਹੋਇਆ ਘੁੰਮਦਾ ਰਹਿੰਦਾ। ਉਹਦੇ ਮਾਂ ਪਿਓ ਨੂੰ ਵੱਖਰਾ ਦੁੱਖ ਸੀ ਕਿ ਇੱਕ ਪੁੱਤ ਮਰ ਗਿਆ, ਦੂਜਾ ਸਿੱਧੜ ਤੇ ਤੀਜਾ ਇਹ ਕਮਲਾ ਹੋਇਆ ਫਿਰਦਾ। ਕੰਮ ਨਾ ਕਰਨ ਕਰਕੇ ਪਰਿਵਾਰ ਉੱਤੇ ਬੋਝ ਸੀ। ਸਾਡੀਆਂ ਕਿਹੜੀਆਂ ਮਿੱਲਾਂ ਚੱਲਦੀਆਂ ਨੇ, ਉਹ ਕਮਾਉਣਾ ਤੇ ਉਹ ਖਾਣਾ, ਛਿੰਨੋ ਆਖਦੀ। ਉਹ ਦੋਵੇਂ ਪਿਓ ਪੁੱਤ ਦਿਹਾੜੀਆਂ ਕਰਦੇ ਨੇ ਤੇ ਇਹ ਕੱਪੜੇ ਪਾ ਕੇ ਗਲੀਆਂ ਤੇ ਸੜਕਾਂ ਤੇ ਗੇੜੇ ਕੱਢਦਾ ਰਹਿੰਦਾ। ਚੰਗਾ ਭਲਾ ਹੁੰਦਾ ਸੀ, ਇਹਨੂੰ ਜ਼ਰੂਰ ਕਿਸੇ ਨੇ ਕੁਝ ਖਵਾਤਾ, ਉਹਦਾ ਹੋਕਾ ਨਿਕਲ ਜਾਂਦਾ। ਅਣਿਆ ਜੇ ਸੱਜਣ ਵੀ ਜਿਉਂਦਾ ਹੁੰਦਾ ਤਾਂ 3 ਭਰਾ ਵਿਆਹੇ ਹੁੰਦੇ ਤੇ ਘੱਟੋ ਘੱਟ 9-10 ਨਿਆਣੇ ਹੁਣ ਤੱਕ ਸਾਡੇ ਘਰ ਖੇਡਦੇ ਹੁੰਦੇ। ਹੋਰ 2 ਸਾਲਾਂ ਨੂੰ ਹੱਥ ਪੜੱਥੀ ਪਵਾਉਂਦੇ। ਉਸ ਬੁੱਢੇ ਦੀ ਹੁਣ ਕਿਤੇ ਕੰਮ ਕਰਨ ਦੀ ਉਮਰ ਆ। ਅਗਲੇ ਦਿਨ ਹੀ ਪਤਾ ਚੱਲਿਆ ਕਿ ਛਿੰਨੋ ਪਿੱਲੀ ਤੇ ਨਿੰਦਰ ਨੂੰ ਲੈ ਕੇ ਨਾਲ ਦੇ ਪਿੰਡ ਪੁੱਛਾਂ ਦੇ ਉੱਤਰ ਦੇਣ ਦੇ ਜਾਦੂ ਤਵੀਤ ਕੱਢਣ ਵਾਲੇ ਇੱਕ ਸਿਆਣੇ ਕੋਲ ਗਈ ਆ। ਭਾਜੀ ਉਹ ਤਾਂ ਬਹੁਤ ਹੀ ਸਿਆਣੇ, ਉੱਥੇ ਕੋਈ ਮੁਲਕ ਢੁੱਕਦਾ, ਮਾਰ 100 ਕੋ ਤੋਂ ਲੋਕ ਆਉਂਦੇ ਆ, ਮੰਨਦੀਆਂ ਬੁੱਝ ਲੈਂਦਾ, ਲੋਭੀ ਵੀ ਨਹੀਂ ਬਹੁਤਾ। ਜਸਵੰਤ ਹੋਰਾਂ ਦਾ ਗੋਹਾ ਕੂੜਾ ਕਰਦੀ ਉਹ ਸਿਆਣੇ ਦੀ ਸ਼ੋਭਾ ਕਰ ਰਹੀ ਸੀ। ਨਿੰਦਰ ਬਾਰੇ ਉਹ ਦੱਸਿਆ ਕਿ ਇਹਨੂੰ ਕਿਸੇ ਨੇ 2.5 ਤਵੀਤ ਪਾਏ ਆ, ਛਾਇਆ ਵੀ ਆ ਇਹਨੂੰ। ਉਹਨੇ ਆਖਿਆ 6 ਮਹੀਨੇ ਐਤਵਾਰ ਚੌਂਕੀ ਭਰਨ ਆਇਆ ਕਰੇ, ਐਨ ਨਵੰਬਰ 9 ਹੋ ਜੂ। ਉਹਨੇ ਇਹ ਵੀ ਆਖਿਆ ਕਿ 6 ਮਹੀਨੇ ਕਿਸੇ ਦੇ ਘਰ ਦਾ ਕੁਝ ਨਹੀਂ ਖਾਣਾ, ਉਹ ਇੱਥੇ ਜੂਠਾ ਮਿੱਠਾ ਖਾਧਾ ਜਾਂਦਾ, ਐਨੇ ਮਹੀਨੇ ਜੂਠ ਨਹੀਂ ਖਾਣੀ ਕਿਸੇ ਦੀ। ਕਹਿਣਾ ਤਾਂ ਉਹ ਵੀ ਚਾਹੁੰਦੀ ਸੀ ਕਿ ਖਵਾਇਆ ਉਹਨੂੰ ਕਿਸੇ ਨੇ ਇਸ ਕਰਕੇ ਆ ਕਿ ਆਪਣੇ ਹੱਥਾਂ ਤੇ ਪਾਈ ਰੱਖੇ, ਪਰ ਉਹ ਇਹ ਗੱਲ ਜਾਣ ਬੁੱਝ ਕੇ ਕੁੱਟ ਗਈ। ਇੱਕ ਦਿਨ ਗਲੀ ਵਿੱਚ ਤੁਰੇ ਆਉਂਦਿਆਂ ਨਿੰਦਰ ਜਸਵੰਤ ਨੂੰ ਟੱਕਰ ਗਿਆ। ਜਸਵੰਤ ਨੂੰ ਅੰਦਰੋਂ ਅੰਦਰੀ ਗੁੱਸਾ ਸੀ ਕਿ ਹੱਥਾਂ ਉੱਤੇ ਪਾਉਣ ਤੇ ਕੁਝ ਖਮਾਉਣ ਦਾ ਕੁਝ ਇਸ਼ਾਰਾ ਉਹਨਾਂ ਵੱਲ ਸੀ।
ਉਹਦਾ ਤਾਂ ਸਗੋਂ ਇਹ ਖਿਆਲ ਸੀ ਕਿ ਇਹੋ ਜਿਹੇ ਸ਼ਦਾਈ ਨੂੰ ਉਸ ਤੋਂ ਬਿਨਾਂ ਕੰਮ ਉੱਤੇ ਹੋਰ ਰੱਖਦਾ ਕੌਣ। ਇਸ ਲਈ ਉਹ ਨਿੰਦਰ ਨੂੰ ਬਿਨਾਂ ਬੁਲਾਏ ਲੰਘ ਗਿਆ, ਪਰ ਨਿੰਦਰ ਉਸ ਦੇ ਪਿੱਛੇ ਪਿੱਛੇ ਤੁਰ ਪਿਆ। ਇੱਕ ਤਰ੍ਹਾਂ ਸਪਸ਼ਟੀਕਰਨ ਦੇਣ ਲੱਗਾ, ਇਹ ਆਂਦੇ ਆ ਤੇਰਾ ਵਿਆਹ ਕਰਨੇ, ਪਰ ਤੇਰੇ 'ਚੋਂ ਕੋਈ ਨੁਕਸ ਆ, ਤੇਰੇ 'ਚੋਂ ਕੋਈ ਬਾਬਾ ਵੜਿਆ। ਐਸੇ ਪੱਜ ਮੈਂ ਵੀ ਜੁੱਤੀ ਪਾਲਿਸ਼ ਕਰਵਾ ਕੇ ਤੁਰਿਆ ਫਿਰਦਾ। ਜਸਵੰਤ ਨੇ ਕੋਈ ਹੰਗਾਰਾ ਨਾ ਭਰਿਆ, ਪਰ ਨਿੰਦਰ ਉਹਦੇ ਪਿੱਛੇ ਪਿੱਛੇ ਤੁਰਦਾ ਉਹਨਾਂ ਦੇ ਘਰ ਆ ਗਿਆ। ਉਂਝ ਹੈ ਮੇਰੇ ਵਿੱਚ ਕੁਝ ਨਹੀਂ, ਵਿਆਹ ਜਿਹੜਾ ਆਂਦੇ ਆ ਕੋਈ ਟੌਪ ਦੀ ਕੁੜੀ ਲੱਭੇ ਤਾਂ ਹੀ ਕਰਾਂਗੇ, ਕਿਸੇ ਮਾੜੀ ਮੋਟੀ ਨਾਲ ਕਿਵੇਂ ਕਰਵਾ ਲਵਾਂ। ਐਵੇਂ ਕੋਈ ਉਹੋ ਜਿਹੀ ਵਾੜ ਦੇਣਗੇ ਮੇਰੇ ਘਰ, ਇੱਕ ਛਿੱਤਰ ਆਪ ਖਾਵਾਂ ਤੇ ਇੱਕ ਉਹਦੇ ਸਿਰ ਤੋਂ। ਉਹਨੂੰ ਘਰ ਆਇਆ ਵੇਖ ਜਸਵੰਤ ਥੋੜ੍ਹਾ ਨਰਮ ਪੈ ਗਿਆ ਤੇ ਸਿਆਣੇ ਵੱਲੋਂ ਕੀਤੇ ਜਾਂਦੇ ਉਹਦੇ ਇਲਾਜ ਦੀ ਤਫਸੀਲ ਪੁੱਛੀ। ਉਸਨੇ ਸੱਚੋ ਸੱਚ ਦੱਸਦਿਆਂ ਕਿਹਾ, ਇਲਾਜ ਕਾਹਦਾ ਜੀ, ਮੈਂ ਤਾਂ ਉੱਥੇ ਸੋਹਣੀਆਂ ਕੁੜੀਆਂ ਵੇਖਣ ਜਾਂਦਾ, ਸੰਗਤ ਬਥੇਰੀ ਆਉਂਦੀ ਆ, ਚਾਹ ਪਾਣੀ ਦੀ ਸੇਵਾ ਚੱਲਦੀ ਰਹਿੰਦੀ ਆ, ਆਪਾਂ ਵੀ ਬਾਲਟੀ ਫੜ ਕੇ ਸੰਗਤਾਂ ਨੂੰ ਜਲ ਛਕਾ ਛੱਡਦੇ ਆ। ਜਦੋਂ ਕੁੜੀਆਂ ਤੁਰ ਜਾਂਦੀਆਂ ਨੇ ਆਪਾਂ ਵੀ ਘਰ ਨੂੰ ਮੁੜ ਪੈਂਦੇ ਆ, ਆਪਣਾ ਤਾਂ ਚੰਗਾ ਦਾ ਫੱਬਿਆ। ਫਿਰ ਉਸਨੇ ਭੇਤ ਭਰੇ ਢੰਗ ਨਾਲ ਹੌਲੀ ਜਿਹੀ ਆਖਿਆ, ਇੱਕ ਨਾ ਕੁੜੀ ਆਉਂਦੀ ਉੱਥੇ। ਕੁੜੀ ਦਾ ਜ਼ਿਕਰ ਕਰਦਿਆਂ ਹੀ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਸਾਕਾਰ ਹੋ ਗਿਆ। ਕੁੜੀ ਆਪਣੀ ਮਾਂ ਨਾਲ ਆਉਂਦੀ ਆ, ਉਹਨੂੰ ਕਿਸੇ ਪੀਰ ਫਕੀਰ ਦੀ ਛਾਇਆ ਸੀ। ਇਕੱਲੀ ਚੰਗੀ ਭਲੀ ਬੈਠੀ ਬੈਠੀ ਨੂੰ ਉਹਨੂੰ ਦੰਦਲ ਪੈਣ ਕਰਕੇ ਬੇਹੋਸ਼ ਹੋ ਜਾਣ ਦੀ ਬਿਮਾਰੀ ਸੀ। ਇੱਕ ਦਿਨ ਚਾਹ ਦਾ ਜੱਗ ਫੜੀ ਖਲੋਤੇ ਇੱਕ ਸੇਵਾਦਾਰ ਨੇ ਬੀਬੀਆਂ ਦੀ ਭੀੜ ਵਿੱਚ ਵੜ ਕੇ ਚਾਹ ਵਰਤਾਉਣ ਦੀ ਥਾਂ ਕਿਸੇ ਬੀਬੀ ਨੂੰ ਹੀ ਇਹ ਸੇਵਾ ਕਰਨ ਲਈ ਆਖਿਆ ਤਾਂ ਕੁੜੀ ਦੀ ਮਾਂ ਨੇ ਆਖਿਆ, ਸੀਤੋ ਧੀਏ ਉੱਠ ਕੇ ਸੰਗਤ ਵਿੱਚ ਚਾਹ ਵਰਤਾ ਦੇ। ਉਸ ਦਿਨ ਤੋਂ ਪਿੱਛੋਂ ਕੁੜੀ ਰਸੋਈ ਵਿੱਚ ਚਲੀ ਜਾਂਦੀ, ਚਾਹ ਬਣਾਉਂਦੀ, ਵਰਤਾਉਂਦੀ, ਪਾਣੀ ਦੀ ਸੇਵਾ ਕਰਦਾ। ਨਿੰਦਰ ਜਦੋਂ ਉਹਦੇ ਚਿਹਰੇ ਨੂੰ ਨਜ਼ਰ ਭਰ ਤੱਕਦਾ ਤਾਂ ਉਹਦੇ ਨੱਕ ਵਿੱਚ ਪਿਆ ਕੋਕਾ ਲਿਸ਼ਕਦਾ। ਉਹਨੂੰ ਗੁਰਮੀਤ ਭੈਣ ਜੀ ਯਾਦ ਆ ਗਈ। ਫਿਰ ਉਹ ਬਾਰ-ਬਾਰ ਉਸ ਵੱਲ ਵੇਖਣ ਲੱਗਾ। ਕੀ ਸੀ ਉਸ ਦੇ ਚਿਹਰੇ ਵਿੱਚ ਜਿਹੜਾ ਉਸ ਨੂੰ ਖਿੱਚ ਰਿਹਾ ਸੀ? ਕਿ ਉਹਦਾ ਕੁਝ ਸ਼੍ਰੀਦੇਵੀ ਨਾਲ ਮਿਲਦਾ ਸੀ, ਤੰਤੋ ਨਾਲ ਮਿਲਦਾ ਸੀ, ਜਾਂ ਗੁਰਮੀਤ ਭੈਣ ਜੀ ਨਾਲ? ਉਸ ਨੂੰ ਸਮਝ ਨਹੀਂ ਸੀ ਪੈਂਦੀ। ਸਮਝ ਪੈ ਵੀ ਜਾਵੇ ਇਸ ਲਈ ਉਹ ਉਸ ਨੂੰ ਆਉਂਦੀ ਜਾਂਦੀ ਨੂੰ ਨਜ਼ਰਾਂ ਟਿਕਾ ਕੇ ਤਾਂ ਵੇਖਦਾ ਹੀ ਰਹਿੰਦਾ ਸੀ। ਪਰ ਜਦੋਂ ਇੱਕ ਵਾਰੀ ਉਹਦੀਆਂ ਨਜ਼ਰਾਂ ਸੀਤੋ ਨਾਲ ਮਿਲੀਆਂ ਤਾਂ ਉਹ ਉਹਨਾਂ ਵੱਲ ਵੇਖਦਾ ਹੀ ਰਿਹਾ। ਸੀਤੋ ਹੈਰਾਨ ਸੀ ਕਿ ਉਹ ਉਸ ਦੇ ਚਿਹਰੇ ਵਿੱਚੋਂ ਕੀ ਲੱਭਦਾ ਪਿਆ। ਹਾਰ ਕੇ ਸੀਤੋ ਨੇ ਹੀ ਨਜ਼ਰਾਂ ਚੁਰਾ ਲਈਆਂ, ਪਰ ਇੱਕ ਮੁਸਕਣ ਹੀ ਬਦੋ-ਬਦੀ ਉਹਦੇ ਹੋਠਾਂ 'ਤੇ ਫੈਲ ਗਈ। ਫਿਰ ਉਹ ਸੇਵਾ ਕਰਦੇ ਇੱਕ ਦੂਜੇ ਦੇ ਨੇੜੇ ਰਹਿਣ ਲੱਗੇ, ਗੱਲਾਂ ਵਿੱਚ ਇੱਕ ਦੂਜੇ ਦਾ ਹੰਗਾਰਾ ਵੀ ਭਰਨ ਲੱਗੇ। ਇੱਕ ਦਿਨ ਸੰਗਤ ਦੇ ਚਾਹ ਦੇ ਜੂਠੇ ਗਲਾਸ ਧੋ ਕੇ ਉਹ ਰਸੋਈ ਵਿੱਚ ਛੱਡਣ ਗਿਆ ਤਾਂ ਉਹ ਇਕੱਲੀ ਸੀ। ਗਲਾਸ ਰੱਖ ਕੇ ਜਦੋਂ ਉੱਥੇ ਹੀ ਖਲੋਤਾ ਰਿਹਾ ਤਾਂ ਸੀਤੋ ਨੇ ਜੱਗ ਵਿੱਚੋਂ 2 ਗਲਾਸਾਂ ਵਿੱਚ ਚਾਹ ਪਾਈ ਤੇ ਇੱਕ ਗਲਾਸ ਨਿੰਦਰ ਵੱਲ ਵਧਾ ਦਿੱਤਾ। ਨਿੰਦਰ ਕਹਿਣਾ ਚਾਹੁੰਦਾ ਸੀ ਕਿ ਉਹ ਚਾਹ ਪੀ ਬੈਠਾ, ਪਰ ਉਸ ਤੋਂ ਨਾ ਹੀ ਨਾ ਹੋਈ। ਕੋਸੀ ਚਾਹ ਦੇ ਵੱਡੇ ਘੁੱਟ ਭਰਦਿਆਂ ਉਹ ਸੀਤੋ ਦੇ ਚਿਹਰੇ ਵੱਲ ਵੇਖੀ ਗਿਆ। ਸੀਤੋ ਦਾ ਚਾਹ ਦਾ ਗਲਾਸ ਬੰਨੀ ਤੇ ਰੱਖਿਆ ਪਿਆ ਸੀ, ਪਰ ਉਸ ਦਾ ਧਿਆਨ ਉਧਰ ਨਹੀਂ ਸੀ। ਉਹ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ। ਬੇਧਿਆਨੀ ਵਿੱਚ ਉਸ ਦਾ ਹੱਥ ਗਲਾਸ ਨੂੰ ਵੱਜਾ ਤੇ ਸਾਰੀ ਚਾਹ ਸ਼ੈਲਫ ਉੱਤੇ ਡੁੱਲ ਗਈ। ਹੁਣ ਕੱਪੜਾ ਲੈ ਕੇ ਸ਼ੈਲਫ ਸਾਫ਼ ਕਰਦੀ ਸੀਤੋ ਵੱਲ ਵੇਖ ਕੇ ਨਿੰਦਰ ਦੇ ਮੂੰਹੋਂ ਐਨਾ ਹੀ ਨਿਕਲਿਆ। ਸੀਤੋ ਉਸ ਦਾ ਭਾਵ ਸਮਝ ਕੇ ਮੁਸਕਰਾਈ ਤੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਦਿੱਤੀਆਂ। ਹੁਣ ਹੈਸੇ ਨੂੰ ਵੰਡ ਵਰਤ ਕੇ ਪੀ ਲੈਂਦੇ ਆ। ਉਸਨੇ ਨਿੰਦਰ ਦੇ ਹੱਥ ਵਿੱਚ ਫੜੇ ਗਲਾਸ ਵੱਲ ਇਸ਼ਾਰਾ ਕੀਤਾ। ਉਹ ਘਬਰਾ ਗਿਆ। ਸੀਤੋ ਨੇ ਹੱਥ ਵਧਾ ਕੇ ਉਹਦੇ ਹੱਥੋਂ ਗਲਾਸ ਫੜ ਲਿਆ। ਗਲਾਸ ਵੀ ਉਸਨੇ ਇੰਜ ਫੜਿਆ ਜਿਵੇਂ ਛੇਤੀ ਉਹਦੇ ਹੱਥੋਂ ਖੋਹ ਲੈਣਾ ਚਾਹੁੰਦੀ ਹੋਵੇ। ਗਲਾਸ ਵਿੱਚ ਮਸਾਂ 2 ਹੀ ਘੁੱਟ ਚਾਹ ਬਾਕੀ ਸੀ। ਉਸਨੇ ਵੱਡੇ ਘੁੱਟ ਛੇਤੀ ਭਰੇ ਤੇ ਗਲਾਸ ਖਾਲੀ ਕਰਕੇ ਬਿਨਾਂ ਨਿੰਦਰ ਨਾਲ ਨਜ਼ਰ ਮਿਲਾਏ ਰਸੋਈ ਵਿੱਚੋਂ ਬਾਹਰ ਨਿਕਲ ਗਏ। ਉਸਨੂੰ ਜਾਂਦੀ ਨੂੰ ਹੈਰਾਨ ਹੋਇਆ ਨਿੰਦਰ ਵੇਖਦਾ ਰਿਹਾ। ਉਹਦੀ ਪਿੱਠ ਉੱਤੇ ਹਿਲਦੀ ਗੁੱਤ ਉਸਨੂੰ ਆਪਣੇ ਪੈਰਾਂ ਹੇਠੋਂ ਧਰਤੀ ਹਿਲਦੀ ਜਾਪੀ। ਚਾਚਾ, ਉਹਨੇ ਮੇਰੀ ਜੂਠੀ ਚਾਹ ਵੀ ਪੀ ਲਈ। ਜਸਵੰਤ ਨੂੰ ਸਾਰੀ ਗੱਲ ਸੁਣਾ ਕੇ ਉਹ ਅਜੇ ਵੀ ਹੈਰਾਨੀ ਵਿੱਚੋਂ ਨਿਕਲ ਨਹੀਂ ਸੀ ਰਿਹਾ। ਫਿਰ ਕੀ ਏ, ਤੇਰੀ ਹੀ ਜੂਠੀ ਸੀ, ਕਿਹੜੀ ਕਿਸੇ ਕੁੱਤੇ ਦੀ ਜੂਠੀ ਸੀ? ਜਸਵੰਤ ਨੇ ਉਂਝ ਉਸ ਨੂੰ ਛੇੜਿਆ। ਨਿੰਦਰ ਦੀ ਇਸ ਗੱਲ ਨਾਲ ਤਸੱਲੀ ਨਾ ਹੋਈ। ਉਸਦੇ ਮਨ ਦੀ ਪਰੇਸ਼ਾਨੀ ਅਜੇ ਵੀ ਬੋਲਦੀ ਪਈ ਸੀ। ਨਹੀਂ ਚਾਚਾ, ਅੱਜ ਐਵੇਂ ਹਾਸੇ 'ਚੋਂ ਗੱਲ ਨਾ ਗਵਾ। ਮੈਨੂੰ ਤਾਂ ਐਂ ਲੱਗਦੇ ਜਿਵੇਂ ਉਹ ਜੱਟਾਂ ਦੀ ਕੁੜੀ ਹੋਵੇ ਤੇ ਮੈਂ ਫਿਰ ਵੀ ਉਹ ਚਾਹ ਪੀ ਗਈ। ਨਾਲੇ ਬਾਬਾ ਵੀ ਆਂਦਾ ਕਿਸੇ ਦਾ ਜੂਠਾ ਨਹੀਂ ਖਾਣਾ। ਉਸ ਦਿਨ ਤੋਂ ਪਿੱਛੋਂ ਉਸ ਦਾ ਦਿਲ ਕਰਦਾ ਸਾਰੇ ਵਾਰ ਹੀ ਐਤਵਾਰ ਹੋ ਜਾਣ ਤੇ ਉੱਡ ਕੇ ਸੀਤੋ ਕੋਲ ਪਹੁੰਚ ਜਾਵੇ। ਐਤਵਾਰ ਵਾਲੇ ਦਿਨ ਉਹ ਆਪ ਸਵੇਰੇ ਸਵਖਤੇ ਉੱਠ ਪੈਂਦਾ, ਨਹਾ ਧੋ ਕੇ ਧੋਤੇ ਕੱਪੜੇ ਪਾ ਕੇ ਪੋਚ ਕੇ ਪੱਗ ਬੰਨ੍ਹਦਾ ਤੇ ਪਿੱਲੀ ਨੂੰ ਛੇਤੀ ਘਰੋਂ ਨਿਕਲਣ ਲਈ ਲਲਕਾਰੇ ਮਾਰਦਾ। ਛਿੰਨੋ ਅੱਜ ਕੱਲ੍ਹ ਉਹਨਾਂ ਦੇ ਨਾਲ ਨਹੀਂ ਸੀ ਜਾਂਦੀ। ਦੋਵੇਂ ਭਰਾ ਹੀ ਬੜੀ ਜ਼ਿੰਮੇਵਾਰੀ ਨਾਲ ਜਾਣ ਲੱਗ ਪਏ। ਘਰ ਦੇ ਵੀ ਖੁਸ਼ ਕਿ ਉਹ ਰਾਜੀ ਹੋ ਰਿਹਾ ਸੀ। ਜਿਸ ਦਿਨ ਦੀ ਮੈਂ ਤੇਰੇ ਗਲਾਸ 'ਚੋਂ ਚਾਹ ਪੀਤੀ ਏ ਮੈਨੂੰ ਕਦੀ ਦੰਦਲ ਨਹੀਂ ਪਈ।
ਇੱਕ ਦਿਨ ਮੌਕਾ ਪਾ ਕੇ ਸੀਤੋ ਨੇ ਨਿੰਦਰ ਨੂੰ ਦੱਸਿਆ ਤਾਂ ਨਿੰਦਰ ਦੇ ਅੰਗ ਅੰਗ ਵਿੱਚ ਚਰਨਾਟਾਂ ਛਿੜ ਪਈਆਂ। ਭਿੱਜੀਆਂ ਹੋਈਆਂ ਮਸਤ ਅੱਖਾਂ ਨਾਲ ਉਹ ਸੀਤੋ ਵੱਲ ਵੇਖਦਾ ਹੋਇਆ ਆਖਣ ਲੱਗਾ, ਮੈਂ ਤੈਨੂੰ ਇੱਕ ਸੁਪਨਾ ਸੁਣਾਵਾਂ? ਸੁਣਾ, ਸੀਤੋ ਦੀ ਮੁਸਕਰਾਹਟ ਕਹਿ ਰਹੀ ਸੀ। ਸੁਪਨੇ 'ਚੋਂ ਨਾ ਆਪਾਂ ਦੋਵੇਂ ਹੱਥ 'ਚੋਂ ਹੱਥ ਪਾ ਕੇ ਰੇਲ ਦੀ ਲਾਈਨ ਦੇ ਨਾਲ ਤੁਰੇ ਜਾਂਦੇ ਹਾਂ। ਤੂੰ ਜਿੱਦ ਕਰਕੇ ਆਖਦੀ ਏ ਮੈਂ ਲਾਈਨ ਦੇ ਗਾਡਰ 'ਤੇ ਤੁਰਨਾ, ਮੈਂ ਆਖਦਾ ਡਿੱਗ ਪਵੇਂਗੀ ਤੂੰ ਆਖਦੀ ਏ ਤੂੰ ਜੂਆ ਮੇਰੇ ਨਾਲ, ਫਿਰ ਕਿਵੇਂ ਡਿੱਗ ਪਾਊਂ? ਤੂੰ ਹਟਦੀ ਨਹੀਂ, ਤੂੰ ਸੰਭਲ ਕੇ ਲਾਈਨ 'ਤੇ ਪੈਰ ਰੱਖਦੀ ਏ। ਮੈਂ ਤੇਰੇ ਨਾਲ ਨਾਲਾਂ, ਤੂੰ ਕਦੀ ਇੱਕ ਪਾਸੇ ਉਲਰਦੀ ਏ ਕਦੀ ਦੂਜੇ ਪਾਸੇ, ਮੈਂ ਤੈਨੂੰ ਹਰ ਵਾਰ ਸੰਭਾਲ ਲੈਣਾ, ਤੂੰ ਫਿਰ ਤੁਰਨ ਲੱਗਦੀ ਏ। ਉਧਰੋਂ ਸਾਹਮਣਿਓਂ ਗੱਡੀ ਦੀ ਚੀਕ ਸੁਣਦੀ, ਤੂੰ ਤਿਲਕ ਕੇ ਡਿੱਗਦੀ ਚੀਕ ਮਾਰਦੀ ਏ। ਮੈਂ ਤੈਨੂੰ ਡਿੱਗਦੀ ਨੂੰ ਬੋਚ ਕੇ ਬਾਹਾਂ 'ਚੋਂ ਚੁੱਕ ਲੈਂਦਾ ਤੇ ਗਲ ਨਾਲ ਘੁੱਟ ਲੈਂਦਾ। ਤੂੰ ਆਖਿਆ ਆਪਾਂ ਨੂੰ ਐਂ ਹੀ ਗੱਡੀ ਹੇਠਾਂ ਆ ਜਾਣਾ ਸੀ, ਮੈਂ ਤੈਨੂੰ ਫਿਰ ਇਹ ਹਿੱਕ ਨਾਲ ਘੁੱਟ ਲੈਂਦਾ ਤੇ ਅੱਗੋਂ ਕਹਿੰਦਾ ਸ਼ਰਮਾ ਗਿਆ। ਤੈਨੂੰ ਤਾਂ ਬੜਾ ਵਧੀਆ ਸੁਪਨਾ ਆਇਆ। ਨਿੰਦਰ ਨੇ ਤੁਰੰਤ ਉਹਦੇ ਲਫ਼ਜ਼ਾਂ 'ਚੋਂ ਸੋਧ ਕੀਤੀ, ਆਇਆ ਨਹੀਂ, ਮੈਂ ਆਪੇ ਹੀ ਲਿਆ। ਅੱਗੋਂ ਕੁਝ ਨਹੀਂ ਬੋਲੀ, ਉਂਝ ਹੀ ਮੁਸਕਰਾਉਂਦੀ ਰਹੀ ਤੇ ਸੁਪਨਾਈਆਂ ਅੱਖਾਂ ਨਾਲ ਉਸ ਵੱਲ ਵੇਖਦੀ ਮੂੰਹ ਵਿੱਚ ਪਾਇਆ ਕੁਝ ਹੌਲੀ ਚਿੱਤਦੀ ਰਹੀ। ਕੀ ਖਾਂਦੀ ਏ? ਇਲਾਚੀ, ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਸੀ, ਖਾਣੀ ਓ? ਉਸਨੇ ਮੂੰਹ ਵਿੱਚ ਭਿੱਜ ਕੇ ਨਿੰਦਰ ਨੂੰ ਆਖਿਆ। ਨਿੰਦਰ ਦੇ ਹੋਠ ਹਿੱਲੇ ਨਹੀਂ, ਪਲਕਾਂ ਮੂੰਦ ਕੇ ਹਾਂ ਵਿੱਚ ਸਿਰ ਹਿਲਾਇਆ। ਸੀਤੋ ਨੇ ਆਪਣੇ ਮੂੰਹ ਵਿੱਚ ਚਿਬੀ ਹੋਏ ਇਲਾਚੀ ਦੇ ਫੋਗ ਨੂੰ ਜੀਭ ਦੀ ਨੋਕ ਉੱਤੇ ਇਕੱਠਾ ਕੀਤਾ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਉਹ ਫੋਗ ਚੁੱਕ ਕੇ ਨਿੰਦਰ ਦੀ ਤਲੀ ਉੱਤੇ ਰੱਖ ਦਿੱਤਾ। ਨਿੰਦਰ ਨੇ ਤਲੀ ਨੂੰ ਚਿਹਰੇ ਸਾਹਮਣੇ ਕੀਤਾ ਤੇ ਆਪਣੀ ਜੀਭ ਦੀ ਨੋਕ ਨਾਲ ਤਲੀ ਤੋਂ ਉਹ ਫੋਗ ਚੁੱਕ ਲਿਆ। ਦੰਦਾਂ ਵਿੱਚ ਲੈ ਕੇ ਚਿੱਥਦਾ ਹੋਇਆ ਸੀਤੋ ਦੇ ਸਿੱਲੇ ਬੁੱਲਾਂ ਵੱਲ ਵੇਖਣ ਲੱਗਾ। ਉਸੇ ਸ਼ਾਮ ਨੂੰ ਉਹ ਬੜਾ ਖੁਸ਼ੀ ਜਸਵੰਤ ਵੱਲ ਗਿਆ। ਜਸਵੰਤ ਨੂੰ ਉਹ ਆਪਣੀ ਗੱਲ, ਹਰ ਇੱਕ ਗੱਲ ਦਿਲ ਦੇ ਭੇਤ ਵਾਂਗ ਸੁਣਾ ਸਕਦਾ ਸੀ। ਅੱਗੇ ਜਾਂਦਿਆਂ ਨੂੰ ਸਤਨਾਮ ਆਇਆ ਬੈਠਾ ਸੀ। ਉਹ ਜਸਵੰਤ ਕੋਲੋਂ ਨਿੰਦਰ ਵਿੱਚ ਆ ਰਹੀ ਤਬਦੀਲੀ ਵਾਲੇ ਸੁਣ ਚੁੱਕਾ ਸੀ। ਉਸਨੇ ਸ਼ਰਾਰਤ ਨਾਲ ਪੁੱਛਿਆ, ਲੈ ਬਈ ਨਿੰਦਰ ਸਿਆ, ਮੈਂ ਤਾਂ ਸਾਹੀ ਚਿੱਠੀ ਲੈ ਕੇ ਆ ਗਿਆ, ਵਿਆਹ ਦੀਆਂ ਤਿਆਰੀਆਂ ਕਰੋ। ਉਹਦੇ ਘਰ ਦੇ ਤਾਂ ਅਜੇ ਵੀ ਮਹੀਨਾ ਹੋਰ ਉਡੀਕਣ ਨੂੰ ਆਖਦੇ ਸੀ, ਪਰ ਸ਼੍ਰੀ ਦੇਵੀ ਨੇ ਆਪ ਹੀ ਘਰਦਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਮੈਨੂੰ ਬੁੱਢੀ ਕਰਕੇ ਵਿਆਹੁਣਾ ਜੇ। ਉਧਰੋਂ ਜੇ ਮੁੰਡਾ ਹੱਥੋਂ ਨਿਕਲ ਗਿਆ। ਨਿੰਦਰ ਨੇ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਸਤਨਾਮ ਨੇ ਦੁਬਾਰਾ ਜ਼ੋਰ ਪਾ ਕੇ ਪੁੱਛਿਆ, ਬੋਲਦਾ ਕਿਉਂ ਨਹੀਂ ਓਏ? ਚਾਚਾ, ਮੁੰਡਾ ਤੂੰ ਹੱਥਾਂ 'ਚੋਂ ਨਿਕਲ ਗਿਆ ਹੀ ਸਮਝ। ਉਹਨੇ ਹੱਥ 'ਤੇ ਹੱਥ ਮਾਰ ਕੇ ਤਾੜੀ ਵਜਾਈ। ਸਤਨਾਮ ਨੇ ਬਨੌਟੀ ਗੁੱਸਾ ਕੀਤਾ, ਵੇਖ ਲੈ ਭਾਈ, ਤੇਰੇ ਲਈ ਮਾੜੀ ਗੱਲ ਏ। ਐਨੇ ਚਿਰ ਦਾ ਤੂੰ ਮੈਨੂੰ ਵਿਚੋਲਗਿਰੀ ਲਈ ਆਖਿਆ ਹੋਇਆ, ਹੁਣ ਮੈਨੂੰ ਝੂਠਾ ਨਾ ਪਵਾ, ਉਹਦੇ ਨਾਲ ਤੈਨੂੰ ਵਿਆਹ ਕਰਾਉਣਾ ਹੀ ਪੈਣਾ। ਨਿੰਦਰ ਨੇ ਬੜੀ ਸਹਿਜਤਾ ਨਾਲ ਆਖਿਆ, ਕੋਈ ਨਹੀਂ, ਉਹਦੇ ਨਾਲ ਵੀ ਵਿਆਹ ਕਰਵਾ ਲਵਾਂਗੇ, ਉਹ ਰੋਟੀ ਟੁੱਕ ਤੇ ਘਰ ਦਾ ਕੰਮ ਕਰ ਛੱਡਿਆ ਕਰੂ। ਐਤਕੀ ਨਿੰਦਰ ਦੇ ਬੋਲਾਂ ਵਿੱਚੋਂ ਸ਼ਰਾਰਤ ਸਾਫ਼ ਝਲਕਦੀ ਦਿਸ ਰਹੀ ਸੀ। ਚੌਂਕੀ ਭਰਨ ਜਾਣ ਦੇ ਨਿਸ਼ਚਿਤ ਕੀਤੇ 6 ਮਹੀਨਿਆਂ ਵਿੱਚੋਂ ਅਜੇ 4 ਮਹੀਨੇ ਗੁਜ਼ਰੇ ਸਨ। ਉਹ ਆਪਣੇ ਆਪ ਜਸਵੰਤ ਹੋਰਾਂ ਦੇ ਘਰ ਕੰਮ ਉੱਤੇ ਆ ਗਿਆ। ਮਾਂ ਪਿਓ ਤੋਂ ਪੁੱਛ ਲੈਣਾ ਸੀ, ਬਗਾਨੇ ਘਰੋਂ ਖਾਧਾ, ਤੇਰੇ ਅੰਦਰ ਭੂਤ ਨਾ ਬਣ ਜਾਵੇ। ਜਸਵੰਤ ਦੇ ਗਿੱਲੇ ਦੇ ਜਵਾਬ ਵਿੱਚ ਉਸਨੇ ਆਖਿਆ, ਚਾਚਾ ਨਿੱਕੇ ਹੁੰਦਿਆਂ ਤੋਂ ਇਸ ਘਰ ਦੀ ਰੋਟੀ ਖਾਧੀ ਹੈ। ਚਾਚੀ ਠੀਕ ਆਖਦੀ ਹੈ, ਰੋਟੀ ਬਿਨਾਂ ਗੁਜ਼ਾਰਾ ਨਹੀਂ। ਛਿਨੋ ਫਿਰ ਚੀਕਣ ਲੱਗ ਪਈ। ਉਹ ਹੁਣ ਆਖਦੀ ਏ, ਵੇ ਤੂੰ ਪਿੱਲੀ ਜਿੰਨੀਆਂ ਰੋਟੀਆਂ ਖਾਣ ਲੱਗ ਪਏ। ਮੈਂ ਵੀ ਸੋਚਿਆ ਵਿਆਹ ਉਸ ਕੁੜੀ ਨਾਲ ਹੀ ਹੋ ਜਾਣਾ ਮੇਰਾ, ਵਿਆਹ ਉੱਤੇ ਖਰਚਾ ਵੀ ਹੋਣਾ, ਫਿਰ ਪਿੱਛੋਂ ਰੋਟੀ ਵੀ ਤਾਂ ਉਸਨੂੰ ਖਵਾਉਣੀ ਆ, ਕਮਾਈ ਕਰੂੰ ਤਾਂ ਆਦੀ ਕੁਝ ਬਣੂ। ਪਰ ਚਾਚਾ ਇੱਕ ਸ਼ਰਤ ਏ। ਜਸਵੰਤ ਨੇ ਅੱਖਾਂ ਨਾਲ ਸ਼ਰਤ ਜਾਣਨ ਲਈ ਹੁੰਗਾਰਾ ਭਰਿਆ, ਜਿੰਨਾ ਚਿਰ ਵਿਆਹ ਦੀ ਗੱਲ ਸਿਰੇ ਨਹੀਂ ਨਾ ਚੜ੍ਹਦੀ, ਮੈਨੂੰ ਐਤਵਾਰ ਦੀ ਛੁੱਟੀ ਚਾਹੀਦੀ ਆ ਬਾਬੇ ਕੋਲ ਜਾਣ ਵਾਸਤੇ। ਅੱਗੋਂ ਪਿੱਛੋਂ ਬੇਸ਼ੱਕ ਕੰਮ ਕਰਵਾ ਲਈ। ਬਾਬੇ ਕੋਲ ਜਾਣ ਵਾਸਤੇ ਕਿ ਬੀਬੀ ਕੋਲ ਜਾਣ ਵਾਸਤੇ? ਜਸਵੰਤ ਨੇ ਛੇੜਿਆ। ਚੱਲ ਇੰਝ ਹੀ ਸਹੀ, ਉਸ ਨੂੰ ਕੋਈ ਉਜਰ ਨਹੀਂ। ਸ਼ਾਮ ਨੂੰ ਘਰ ਜਾਣ ਲੱਗਾ, ਕੰਧ ਨਾਲ ਇੱਕ ਪਾਸੇ ਲੱਗਾ ਛੋਟਾ ਗਾਡਰ ਵੇਖ ਕੇ ਆਖਣ ਲੱਗਾ, ਆਹ ਗਾਡਰ ਫਿਰ ਮੈਂ ਲੈ ਜਾਵਾਂ, ਪਿਛਲਾ ਕੋਠਾ ਛੱਤਾਂਗੇ। ਸ਼ਨੀਚਰਵਾਰ ਨੂੰ ਆਪਣੀ ਧੋਤੀ ਹੋਈ ਪੈਂਟ ਕਮੀਜ਼ ਹੱਥ ਵਿੱਚ ਫੜੀ ਆਇਆ ਤੇ ਜਸਵੰਤ ਦੀ ਘਰ ਵਾਲੀ ਨੂੰ ਕਹਿਣ ਲੱਗਾ, ਚਾਚੀ ਆਪਣੀ ਪ੍ਰੈਸ ਲਾ ਦੇ, ਮੈਂ ਲੀੜੇ ਪ੍ਰੈਸ ਕਰ ਲਵਾਂ, ਸਵੇਰੇ ਐਤਵਾਰ ਆ ਨਾ। ਜਸਵੰਤ ਦੀ ਪਤਨੀ ਮੁਸਕਰਾਈ, ਨਹੀਂ ਚਾਚੀ, ਸਵੇਰੇ ਸਾਰ ਨਹੀਂ, ਸਵੇਰੇ ਤਾਂ ਮੇਲਾ ਵਾ। ਉਸ ਦੇ ਠਹਾਕੇ ਵਿੱਚ ਸ਼ਰਾਰਤ ਸੀ। ਸੋਮਵਾਰ ਕੰਮ ਉੱਤੇ ਆਇਆ ਤਾਂ ਬੁਝਿਆ ਸੀ। ਕੱਲ੍ਹ ਵਾਲੀ ਪ੍ਰੈਸ ਕੀਤੀ ਪੈਂਟ ਕਮੀਜ਼ ਉਸਨੇ ਕੰਮ ਉੱਤੇ ਵੀ ਪਾਈ ਹੋਈ ਸੀ। ਕੱਪੜਿਆਂ ਨੂੰ ਵੱਟ ਪੈਣ ਜਾਂ ਮੈਲੇ ਹੋਣ ਦਾ ਉਸਨੂੰ ਕੋਈ ਫਿਕਰ ਨਹੀਂ ਸੀ। ਜਸਵੰਤ ਉਹਨਾਂ ਨੇ ਬਾਰ-ਬਾਰ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ, ਪਰ ਉਹ ਆਪਣੇ ਧਿਆਨ ਕੰਮ ਕਰਨ ਵਿੱਚ ਲੱਗਾ ਰਿਹਾ। ਕੱਲ੍ਹ ਸੀਤੋ ਦੀ ਮਾਂ ਨੇ ਉਸ ਨੂੰ ਰੋਕ ਕੇ ਇੱਕ ਪਾਸੇ ਲਿਜਾ ਕੇ ਇਕੱਲੇ ਨੂੰ ਬੜੇ ਮੋਹ ਨਾਲ ਪੁੱਛਿਆ ਕਿ ਪੁੱਤਰ ਨਿੰਦਰ ਸਿਆਂ, ਤੁਹਾਡੀ ਜਾਤ ਬਰਾਦਰੀ ਭਲਾ ਕਿਹੜੀ ਹੈ? ਨਿੰਦਰ ਉਹਦੇ ਚਿਹਰੇ ਵੱਲ ਪੁੱਛਦੀਆਂ ਨਜ਼ਰਾਂ ਤੇ ਧੜਕਦੇ ਦਿਲ ਨਾਲ ਵੇਖਦਾ ਰਿਹਾ।
ਮੇਰਾ ਮਤਲਬ ਹੈ ਤੁਸੀਂ ਜਾਟੀ ਹੋ ਨਾ। ਸੀਤੋ ਪਰੇ ਸੰਗਤ ਵਿੱਚ ਬੈਠੀ ਇੱਧਰ ਹੀ ਵੇਖ ਰਹੀ ਸੀ। ਨਿੰਦਰ ਦੇ ਮਨ ਉੱਤੇ ਸਾਰਾ ਕੁਝ ਲਿਖਿਆ ਹੋਇਆ ਇੱਕ ਹੀ ਪੂੰਝੇ ਨਾਲ ਮਿਟ ਗਿਆ। ਉਸਨੇ ਜਵਾਬ ਨਾ ਦਿੱਤਾ ਤੇ ਸੀਤੋ ਦੀ ਮਾਂ ਨੇ ਆਪਣਾ ਸਵਾਲ ਫਿਰ ਦੁਹਰਾਇਆ। ਸੀਤੋ ਵੱਲ ਵੇਖ ਕੇ ਉਸਨੇ ਟੁੱਟਵੇਂ ਬੋਲਾਂ ਨਾਲ ਐਤਕੀ ਕਹਿ ਦਿੱਤਾ, ਜਾਟਾਂ ਅਸੀਂ ਤੇ ਗੋਤ ਸਾਡਾ ਦਿਓ। ਮੈਂ ਉਹਦੀ ਜ਼ੁਬਾਨ ਕੰਬਣ ਲੱਗ ਪਈ। ਮੈਂ ਮਿੰਟੋ ਦਿਓਲ ਹਾਂ ਕਹਿਣ ਤੋਂ ਆਕੀ ਹੋਈ ਜ਼ੁਬਾਨ ਖੁਸ਼ਕ ਹੋ ਕੇ ਉਸ ਦੇ ਤਾਲੂ ਨਾਲ ਜਾ ਲੱਗੀ। ਕੀ ਰੋਣਾ ਜਿਹਾ ਮੂੰਹ ਬਣਾਇਆ ਓਏ ਤੂੰ? ਐਤਕੀ ਜਸਵੰਤ ਨੇ ਉਸ ਨੂੰ ਲਾਡ ਨਾਲ ਝਿੜਕਿਆ। ਤੋ ਜਿਵੇਂ ਡੂੰਘੇ ਖੂਹ ਵਿੱਚੋਂ ਬੋਲਿਆ, ਚਾਚਾ ਰੋਂਦ ਵੱਜ ਗਿਆ। ਕਿਵੇਂ? ਕਿਹਨੇ ਮਾਰਿਆ? ਰੱਬ ਨੇ ਮਾਰਿਆ ਜਿਹੜਾ ਨੈਤੇ ਤੇ ਛਿੰਨੋ ਦੇ ਘਰ ਜੰਮ ਪਏ ਆ। ਐਨੀ ਆਖ ਕੇ ਉਹ ਫੁੱਟ ਕੇ ਰੋਣ ਲੱਗ ਪਿਆ। ਅਗਲੇ ਐਤਵਾਰ ਉਸਨੇ ਛੁੱਟੀ ਨਹੀਂ ਕੀਤੀ ਤੇ ਸਿੱਧਾ ਕੰਮ ਉੱਤੇ ਆ ਗਿਆ। ਲਿਖਤ ਵਰਿਆਮ ਸਿੰਘ ਸੰਧੂ, ਆਵਾਜ਼ ਜੱਸੀ ਸੰਧੂ। ਫਿਰ ਮਿਲਦੇ ਹਾਂ ਹੋਰ ਇੱਕ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ। ਤਦ ਤੱਕ ਲਈ ਰੱਬ